ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ 770 AM ਡਾਇਲ ਦੇ ਉੱਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਸੁਣਿਆ ਜਾਣ ਵਾਲਾ ਔਰ ਤੁਸੀਂ ਇਸ ਨੂੰ ਵੈਬਸਾਈਟ ਦੇ ਉੱਤੇ ਆਵਾਜ਼ ਦੇ ਐਪ ਨੂੰ ਡਾਊਨਲੋਡ ਕਰਕੇ ਉਸ ਦੇ ਉੱਤੇ ਵੀ ਸੁਣ ਸਕਦੇ ਹੋ। ਕੱਲ੍ਹ WHO ਦੀ ਥੋੜ੍ਹੀ ਜਿਹੀ ਤੁਹਾਡੇ ਨਾਲ ਸਾਂਝੀ ਕਰਾਂਗੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਬਾਰੇ 'ਚ ਜੋ ਡੋਨਲਡ ਟਰੰਪ ਦਾ ਵੱਡਾ ਐਲਾਨ ਕੀਤਾ ਗਿਆ ਉਸ ਦੇ ਸੰਬੰਧ ਦੇ ਵਿੱਚ ਕਿ ਇਹਨਾਂ ਦੀ ਫੰਡਿੰਗ ਹੈ ਜਿਹੜੀ ਕੱਟ ਕਰਨੀ ਹੈ। ਮੇਰੇ ਨਾਲ ਇਸ ਸਮੇਂ ਪ੍ਰਭਜੋਤ ਕੈਂਥ ਨੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਡਿਜ਼ਾਸਟਰ ਮੈਨੇਜਮੈਂਟ ਦੇ ਸਰਟੀਫਾਈਡ ਪਰਸਨ ਨੇ। ਪ੍ਰਭਜੋਤ ਜੀ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ। ਥੈਂਕ ਯੂ ਸੋ ਮਚ। ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਮਾਰਨਿੰਗ ਜੀ। ਇਸ ਤੋਂ ਪਹਿਲਾਂ ਆਪਾਂ ਫੰਡਿੰਗ ਦੇ ਵੱਲ ਚੱਲੀਏ। ਮੈਂ ਤੁਹਾਡੇ ਪਾਸੋਂ ਥੋੜ੍ਹਾ ਜਿਹਾ ਓਵਰਆਲ ਜਾਣਨਾ ਚਾਹੁੰਦਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਕੀ ਹੈ, ਇਹਦੀ ਕੀ ਡਿਊਟੀਜ਼ ਨੇ, ਕੀ ਰਿਸਪੌਂਸਿਬਿਲਿਟੀਜ਼ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਬੇਸਿਕਲੀ UN ਦਾ ਬਣਾਇਆ ਹੋਇਆ ਇੱਕ ਸਬ ਸੈਕਸ਼ਨ ਹੈ ਜਿਨ੍ਹਾਂ ਦਾ ਮੇਨ ਕੰਮ ਹੈਗਾ, ਜੇਕਰ ਸਿੰਪਲ ਲੈਂਗੁਏਜ ਕਹਾਂ, ਕਿ ਜਿਹੜੀ ਵੀ ਇਸ ਤਰੀਕੇ ਦੇ ਹੈਲਥ ਇਸ਼ੂਜ਼ ਆਉਂਦੇ ਨੇ ਉਹਨਾਂ ਦੀ ਟੇਕ ਕੇਅਰ ਕਰਨਾ। ਔਰ ਕਾਫੀ ਸਾਰੀ ਕੰਟਰੀਜ਼ ਨੇ ਜਿਹੜੀ WHO ਦੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਐਂਡ ਡੈਫੀਨੇਟਲੀ ਗੁੱਡ ਵੀ ਹੈ WHO ਤੇ ਬੈਡ ਵੀ ਹੈ। ਔਰ ਬੈਡ ਦਾ ਐਗਜ਼ਾਮਪਲ ਤਾਂ ਹੁਣ ਅਸੀਂ ਦੇਖ ਹੀ ਚੁੱਕੇ ਹਾਂ ਰੀਸੈਂਟਲੀ ਕਿ ਕਿਸ ਤਰੀਕੇ ਦੇ ਨਾਲ ਮਿਸਮੈਨੇਜਮੈਂਟ ਹੋਈ ਹੈ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਟਰੰਪ ਸਾਹਿਬ ਵੱਲੋਂ ਫੰਡਿੰਗ ਕੱਟ ਦੀ ਧਮਕੀ ਆਈ ਹੈ ਜੀ। ਸੋ ਗੁੱਡ ਜਾਂ ਬੈਡ ਇਹਦੇ ਬਾਰੇ 'ਚ ਆਪਾਂ ਆਉਂਦੇ ਹਾਂ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਓਵਰਆਲ ਵਰਲਡ ਦੇ ਵਿੱਚੋਂ ਕਿੰਨੀ ਕੁ ਫੰਡਿੰਗ ਹੈ ਜਿਹੜੀ ਮਿਲਦੀ ਹੈ। ਸੋ ਜੇਕਰ ਅਸੀਂ ਗੱਲ ਕਰੀਏ ਕਿ ਇੰਡੀਆ ਵਰਗੀ ਕੰਟਰੀਜ਼ ਤੋਂ ਤੇ ਉਹ 0.48% ਮਿਲਦੀ ਹੈ। ਯੂਨਾਈਟਿਡ ਸਟੇਟਸ ਦਿੰਦਾ ਸਭ ਤੋਂ ਹਾਈਐਸਟ ਅਮਾਊਂਟ, that is 14.7% of total funding, that is close to $553 million। ਤੇ ਜੇਕਰ ਅਸੀਂ ਗੇਟਸ ਫਾਊਂਡੇਸ਼ਨ ਦੀ ਗੱਲ ਕਰੀਏ ਤੇ 9.7%। ਜੇਕਰ ਅਸੀਂ ਗੱਲ ਕਰੀਏ UK and other northern Ireland ਦੀ ਕੰਟਰੀਜ਼ ਤੇ 7.8%, ਜਰਮਨੀ 5.7%, ਤੇ ਵਰਲਡ ਬੈਂਕ 3.4% ਐਂਡ ਯੂਰੋਪੀਅਨ ਕੰਟਰੀਜ਼ ਦੀ ਗੱਲ ਕਰੀਏ ਤੇ 3.3%। ਸੋ ਅਸੀਂ ਜੇਕਰ ਇਹ ਪੂਰਾ ਚਾਰਟ ਦੇਖੀਏ ਤੇ ਇਹਦੇ ਵਿੱਚ ਇਹ ਚੀਜ਼ ਕਲੀਅਰਲੀ ਸਟੇਟ ਕੀਤੀ ਜਾਂਦੀ ਹੈ ਕਿ ਯੂਨਾਈਟਿਡ ਸਟੇਟਸ ਜਿਹੜਾ ਹੈ ਉਹ ਹੈਵੀ ਮਨੀ ਪੇ ਕਰਦਾ ਹੈ WHO ਨੂੰ। ਜੀ, ਟੋਟਲ ਓਵਰਆਲ ਕਿੰਨਾ ਕੁ ਬਜਟ ਹੁੰਦਾ ਹੈ ਇਸ ਦਾ ਸਾਲ ਦਾ? ਸਾਲ ਦਾ ਕਲੋਜ਼ ਟੂ ਜਿਹੜਾ ਬਜਟ ਹੈ ਉਹ $2 billion to $3 billion ਹੁੰਦਾ ਹੈ। ਪਰ ਸਰਪ੍ਰਾਈਜ਼ਿੰਗਲੀ ਜਿਹੜੀ ਰੀਸੈਂਟ ਰਿਪੋਰਟਸ ਹੁਣ ਪਬਲਿਸ਼ ਹੋਈਆਂ ਉਹਦੇ ਵਿੱਚ ਇਹ ਸ਼ੋ ਹੋਇਆ ਹੈ ਕਿ ਕਲੋਜ਼ ਟੂ 2017 ਦੀ ਜੇ ਗੱਲ ਕਰੀਏ ਤੇ $200 million ਸਿਰਫ ਟਰੈਵਲ ਦੇ ਵਿੱਚ ਹੀ ਖਰਚ ਹੋਇਆ ਸੀਗਾ। ਐਂਡ ਜੇਕਰ ਅਸੀਂ 2018 ਦੀ ਗੱਲ ਕਰੀਏ ਤੇ $209,000 ਔਨ ਟਰੈਵਲ। ਇਹਦੇ ਵਿੱਚ ਇਨਕਲੂਡਡ ਨੇ ਬਿਜ਼ਨਸ ਕਲਾਸ ਤੇ ਇਹਦੇ ਵਿੱਚ ਇਨਕਲੂਡਡ ਨੇ ਜਿਹੜੇ 5 ਸਟਾਰ ਹੋਟਲਸ ਦੇ ਵਿੱਚ ਸਟੇ ਕੀਤਾ ਗਿਆ। ਸੋ ਡੈਫੀਨੇਟਲੀ ਇਹ ਇੱਕ ਕੁਐਸਚਨ ਜ਼ਰੂਰ ਰੇਜ਼ ਕਰਦਾ ਹੈ ਕਿ ਅਕਾਊਂਟੇਬਿਲਿਟੀ ਕਿੱਥੇ? ਇੰਨੀ ਮਨੀ ਤਾਂ ਡੈਫੀਨੇਟਲੀ WHO ਦੇ ਕੋਲ ਜਾਂਦੀ ਹੈ, ਅੱਛੇ ਕੰਮ ਵੀ ਕਰਦੇ ਨੇ, ਬਟ ਐਟ ਦਿਸ ਟਾਈਮ ਜਿੱਥੇ ਕਿ ਇੱਕ ਪੈਂਡੈਮਿਕ ਨੂੰ ਰੋਕਿਆ ਜਾ ਸਕਦਾ ਸੀਗਾ ਉੱਥੇ ਉਹਨਾਂ ਨੇ ਆਪਣੀ ਪੋਲਿਟਿਕਸ ਪਲੇ ਕੀਤੀ, ਜਿਹਦਾ ਰਿਜ਼ਲਟ ਅਸੀਂ ਹੁਣ ਦੇਖ ਰਹੇ ਹਾਂ। ਔਰ ਸਰਪ੍ਰਾਈਜ਼ਿੰਗ ਗੱਲ ਇਹ ਵੀ ਹੈ ਕਿ ਜਿਹੜੇ ਡਾਇਰੈਕਟਰ ਸਾਹਿਬ ਨੇ ਆਫ WHO ਐਕਚੁਅਲੀ ਉਹਨਾਂ ਨੂੰ 2005 to 2012 ਦੇ ਵਿੱਚ ਮਿਨਿਸਟਰ ਆਫ ਫੋਰਨ ਅਫੇਅਰਸ ਚਾਈਨਾ ਵੱਲੋਂ ਕੀਤਾ ਗਿਆ ਸੀਗਾ ਟੂ ਲੀਡ WHO ਵਿਦ ਇੰਡੀਆ। ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਉਸ ਟਾਈਮ ਵੀ ਕਿਹਾ ਗਿਆ ਸੀਗਾ ਕਿ ਇਹ ਦ ਮੋਸਟ ਕਰਪਟਡ ਨੇ ਤੇ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ। ਉਸਤੇ ਵੀ ਕਾਫੀ ਸਾਰੇ ਉਸ ਟਾਈਮ ਤੇ ਕਿੰਤੂ ਪਰੰਤੂ ਹੋਏ ਸੀਗੇ, ਬਟ ਕਿਉਂਕਿ ਚਾਈਨਾ ਦੀ ਹੈਲਪ ਦੇ ਨਾਲ ਬਣੇ ਸੀਗੇ ਸੋ ਇੱਥੇ ਡੈਫੀਨੇਟਲੀ ਕ੍ਰੈਡੀਬਿਲਿਟੀ ਤੇ ਕੁਐਸਚਨ ਖੜਾ ਹੋ ਜਾਂਦਾ ਹੈ ਕਿ ਉਹ ਚਾਈਨਾ ਨੂੰ ਇੰਨਾ ਸਪੋਰਟ ਕਿਉਂ ਕਰ ਰਹੇ ਨੇ। ਬਿਫੋਰ ਆਈ ਗੈਟ ਇਨਟੂ ਦੈਟ, ਚਾਈਨਾ ਇਸ ਸਮੇਂ ਕਿੰਨੀ ਇਸ ਦੇ ਵਿੱਚ ਕੰਟਰੀਬਿਊਸ਼ਨ ਕਰਦਾ ਹੈ ਇਨ ਡਾਲਰ ਵੈਲਿਊਜ਼? ਜੇਕਰ ਅਸੀਂ ਡਾਲਰ ਵੈਲਿਊਜ਼ ਦੀ ਗੱਲ ਕਰੀਏ ਤੇ ਚਾਈਨਾ ਦਾ ਕੰਟਰੀਬਿਊਸ਼ਨ ਬਾਕੀ ਸਾਰਿਆਂ ਨਾਲੋਂ ਬਹੁਤ ਹੀ ਘੱਟ ਹੈ। So 553 ਯੂਨਾਈਟਿਡ ਸਟੇਟਸ ਦੇ ਰਿਹਾ ਹੈ $million ਐਂਡ ਇਸ ਤੋਂ ਜ਼ਿਆਦਾ ਹੋਰ ਕੋਈ ਵੀ ਕੰਟਰੀ ਨਹੀਂ ਹੈ ਜੋ ਕੰਟਰੀਬਿਊਟ ਕਰ ਰਹੀ ਹੈ ਜੀ। ਸੋ ਚਾਈਨਾ ਦੀ ਕੰਟਰੀਬਿਊਸ਼ਨ ਬਹੁਤ ਥੋੜੀ ਹੈ, ਬਟ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਇਹ ਜਿਹੜੇ WHO ਦੇ ਕਰੰਟ ਪ੍ਰੈਜ਼ੀਡੈਂਟ ਨੇ ਔਰ ਉਹ ਚਾਈਨਾ ਦੇ ਪ੍ਰਭਾਵ ਦੇ ਨਾਲ ਇਸ ਪੋਜੀਸ਼ਨ ਤੱਕ ਪਹੁੰਚੇ ਨੇ?
ਕਿਉਂਕਿ ਜਿਹੜੇ ਡਾਕਟਰ ਟੈਡਰੋਸ ਨੇ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀਗਾ ਚਾਈਨਾ ਦੀ ਹੈਲਪ ਦੇ ਨਾਲ। ਸੋ ਇੱਥੇ ਕੁਐਸਚਨ ਡੈਫੀਨੇਟਲੀ ਖੜਾ ਹੋ ਜਾਂਦਾ ਹੈ ਕਿ ਅਗਰ ਚਾਈਨਾ ਨੇ ਤੁਹਾਨੂੰ ਹੈਲਪ ਕੀਤੀ ਹੈ ਇੱਕ ਪੋਜੀਸ਼ਨ ਤੇ ਆਉਣ ਲਈ, ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਜਿਹੜੀ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨੇ ਆਫ WHO ਡਾਇਰੈਕਟਰ ਤੁਸੀਂ ਉਹਨੂੰ ਕੰਪਲੀਟਲੀ ਇਗਨੋਰ ਕਰ ਦੋਗੇ। ਕੁਐਸਚਨ ਇੱਥੇ ਇਹ ਖੜਾ ਹੁੰਦਾ ਹੈ, ਹੁਣ ਜਿੱਦਾਂ ਟਰੰਪ ਸਾਹਿਬ ਦੀ ਗੱਲ ਆਉਂਦੀ ਹੈ ਕਿ ਉਹ ਕਹਿੰਦੇ ਕਿ ਮੈਂ ਫੰਡਿੰਗ ਕੱਟ ਕਰ ਦਾਂਗਾ, ਡੈਫੀਨੇਟਲੀ ਇਸ ਚੀਜ਼ ਤੇ ਟੇਬਲ ਤੇ ਲਿਆਉਣ ਲਈ ਇੱਕ ਪੈਕੇਜ ਰੈਡੀ ਹੋ ਗਿਆ ਹੈ ਕਿ ਹਾਂ ਹੁਣ ਅਸੀਂ ਨੈਗੋਸੀਏਸ਼ਨ ਕਰ ਸਕਦੇ ਹਾਂ। ਨੈਗੋਸੀਏਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਹੁਣ ਇਹ ਟਰਮਸ ਐਂਡ ਕੰਡੀਸ਼ਨਸ ਰੱਖ ਸਕਦੇ ਹਾਂ ਕਿ ਮੂਵਿੰਗ ਫਾਰਵਰਡ, ਹੁਣ ਤਾਂ ਜੋ ਚਲੋ ਹੋ ਗਿਆ, ਪਰ ਮੂਵਿੰਗ ਫਾਰਵਰਡ WHO ਕਿਸ ਤਰੀਕੇ ਦੇ ਨਾਲ ਆਪਰੇਟ ਕਰਨੀ ਚਾਹੀਦੀ ਹੈ, ਕੌਣ ਅਕਾਊਂਟੇਬਲ ਹੈ, ਕਿਉਂਕਿ ਬਹੁਤ ਹੀ ਮਨੀ ਹੈ। ਇਹ ਮਨੀ ਅਗਰ ਪ੍ਰੋਪਰਲੀ ਯੂਜ਼ ਹੋਈ ਹੁੰਦੀ ਤਾਂ ਸ਼ਾਇਦ ਦੁਨੀਆ ਦੇ ਵਿੱਚ ਇੰਨੀਆਂ ਬਿਮਾਰੀਆਂ ਨਹੀਂ ਹੋਣੀਆਂ ਸੀ, ਸ਼ਾਇਦ ਇੰਨੇ ਲੋਕ ਨਹੀਂ ਮਰਦੇ ਆਫ ਹੰਗਰ ਐਂਡ ਸਟਾਰਵੇਸ਼ਨ। ਸੋ ਡੈਫੀਨੇਟਲੀ ਕਿਤੇ ਤਾਂ ਪ੍ਰੋਬਲਮ ਹੈ ਨਾ। ਗੈਟਿੰਗ ਬੈਕ ਟੂ ਦਿਸ ਕਿ ਵੀ ਤੁਸੀਂ ਕੀ ਸੋਚਦੇ ਹੋ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚਾਈਨਾ ਨੂੰ ਪ੍ਰਪੇਅਰ ਹੋਣ ਲਈ ਪਹਿਲਾਂ ਵਾਰਨਿੰਗ ਦਿੱਤੀ ਤੇ ਬਾਕੀ ਮੁਲਕਾਂ ਨੂੰ ਬਾਅਦ ਦੇ ਵਿੱਚ ਦਿੱਤੀ ਹੈ। WHO ਦਾ ਕੀ ਰੋਲ ਹੈ ਇਸ ਦੇ ਵਿੱਚ ਕਿਸੇ ਮੁਲਕ ਨੂੰ ਤਿਆਰ ਕਰਨ ਦੇ ਲਈ, ਕਿਸੇ ਪੈਂਡੈਮਿਕ ਦੇ ਨਾਲ ਲੜਨ ਦੇ ਲਈ, ਕਿ ਕੀ ਇਹ ਚਾਈਨਾ ਦੇ ਨਾਲ ਇਹਨਾਂ ਨੂੰ ਪਹਿਲਾਂ ਸਾਰਾ ਦੱਸਦਾ ਵੀ ਤੁਸੀਂ ਤਿਆਰ ਹੋ ਜਾਓ? ਇਸ ਤਰੀਕੇ ਦਾ ਨਹੀਂ ਹੈ। WHO ਦੇ ਵੱਲੋਂ ਗਾਈਡਲਾਈਨਸ ਹੁੰਦੀਆਂ ਔਰ ਉਹ ਗਾਏ ਬਗਾਏ ਆਪਣੇ ਜਿੰਨੇ ਵੀ ਪਾਰਟਨਰਿੰਗ ਕੰਟਰੀਜ਼ ਨੇ ਉਹਨਾਂ ਨੂੰ ਇਸ ਤਰੀਕੇ ਦੇ ਮਾਡਲਸ ਪ੍ਰੈਜ਼ੈਂਟ ਕਰਦੇ ਨੇ ਕਿ ਤੁਸੀਂ ਆਪਣੀ ਕੰਟਰੀ ਦੇ ਨਾਲ ਕਿੱਦਾਂ ਫਾਈਟ ਕਰ ਸਕਦੇ ਹੋ ਅਗਰ ਇਸ ਤਰੀਕੇ ਦੇ ਸਿਚੁਏਸ਼ਨਸ ਆਉਂਦੇ ਨੇ। ਬਟ ਗਿਵਨ ਇੱਥੇ December 31 ਨੂੰ 27 ਕੇਸਿਸ ਆਫ ਨਿਊਮੋਨੀਆ ਜਿਹੜੇ ਨੇ ਉਹ ਵੂਹਾਨ ਦੇ ਵਿੱਚ ਰਿਪੋਰਟ ਹੋਏ ਤੇ ਚਾਈਨਾ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਹੈ ਕਿ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਇਹਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੇਸ ਜਿਹੜਾ ਹੈ December 31 ਨੂੰ ਸ਼ੁਰੂ ਨਹੀਂ ਹੋਇਆ ਸੀਗਾ। ਔਰ ਹੁਣ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਹੈ ਕਿ ਚਾਈਨਾ ਨੇ ਉਹ ਸਾਰੇ ਲਿਟਰੇਚਰ ਤੇ ਕਿਉਂ ਬੈਨ ਕਰਤਾ ਜਿਹੜਾ ਇਸ ਦੀ ਜੜ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਕਿਉਂ ਤੁਸੀਂ ਰੋਕ ਰਹੇ ਹੋ ਉਹਨਾਂ ਰਿਸਰਚਰਸ ਨੂੰ ਜਿਹੜਾ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿੱਥੋਂ ਓਰੀਜਨ ਹੋਇਆ। ਸ਼ਾਇਦ ਫਿਊਚਰ ਦੇ ਵਿੱਚ ਇਸ ਟਾਈਪ ਦੇ ਪੈਂਡੈਮਿਕ ਰੋਕੇ ਜਾ ਸਕਣ ਤੇ ਡੈਫੀਨੇਟਲੀ ਇਹ ਵੀ ਇੱਕ ਬੈਲ ਜ਼ਰੂਰ ਰਿੰਗ ਕਰਦਾ ਹੈ। January 5 ਦੇ ਵਿੱਚ WHO ਕਹਿੰਦਾ ਹੈ ਕਿ no evidence for human to human discovered ਤੇ ਇਹ ਲੈਕ ਕਰ ਰਹੇ ਸੀਗੇ January 5 ਨੂੰ ਕਿ ਕੋਈ ਹਿਊਮਨ ਟੂ ਹਿਊਮਨ ਨਹੀਂ ਹੈ। ਇਸ ਕਰਕੇ ਕੋਈ ਵੀ ਅਸੀਂ ਰეკਮੈਂਡ ਨਹੀਂ ਕਰਦੇ ਕਿ ਤੁਸੀਂ ਟਰੈਵਲ ਐਡਵਾਈਜ਼ਰੀ ਟੂ ਚਾਈਨਾ ਇਸ ਤਰੀਕੇ ਦੇ ਰਿਸਟ੍ਰਿਕਸ਼ਨਸ ਹੋਣੇ ਚਾਹੀਦੇ ਨੇ। January 12 ਦੀ ਜੇਕਰ ਅਸੀਂ ਗੱਲ ਕਰੀਏ ਤੇ WHO ਫਿਰ ਕਹਿੰਦਾ ਹੈ ਕਿ ਕੋਈ ਕਲੀਅਰ ਐਵੀਡੈਂਸ ਨਹੀਂ ਹੈ ਕਿ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਹੈਗਾ। January 14 ਨੂੰ ਫਿਰ ਕਹਿੰਦਾ ਹੈ ਕਿ ਕੋਈ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਨਹੀਂ ਹੈ। ਤੇ ਫਿਰ ਇਹਦੇ ਵਿੱਚ ਅਗਰ ਤੁਹਾਨੂੰ ਇਸ ਵਾਇਰਸ ਬਾਰੇ ਨਹੀਂ ਪਤਾ ਸੀਗਾ ਤੇ ਤੁਸੀਂ ਐਟਲੀਸਟ ਜਿਹੜੀ ਤੁਹਾਡੀ ਰਿਸਰਚਰ ਟੀਮ ਨੇ ਤੁਸੀਂ ਉਹਨਾਂ ਦੇ ਨਾਲ ਇੱਕ ਬੇਸਿਕ ਜਿਹੜਾ ਰਿਸਰਚ ਹੈ ਉਹ ਕਰ ਲੈਂਦੇ ਜਾਂ ਫਿਰ ਫਾਈਂਡ ਆਊਟ ਕਰ ਲੈਂਦੇ। ਕੰਪਲੀਟਲੀ ਕੰਟਰੀ ਤੇ ਰਿਲਾਈ ਕਰਨਾ ਕਿ ਉਹ ਸਾਨੂੰ ਕਰੈਕਟ ਇਨਫੋਰਮੇਸ਼ਨ ਦੇਗਾ ਇਜ਼ ਨਾਟ ਆਈ ਥਿੰਕ ਦ ਰਾਈਟ ਥਿੰਗ ਟੂ ਡੂ ਕਿਉਂਕਿ ਕੰਟਰੀ ਝੂਠ ਬੋਲਦੀ ਹੈ ਔਰ ਉਹ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਤਰੀਕੇ ਦੇ ਨਾਲ ਚਾਈਨਾ ਨੇ ਕੀਤਾ। ਫਿਰ January 17 ਨੂੰ WHO ਕਹਿੰਦਾ ਹੈ ਕਿ ਇਹ ਰეკਮੈਂਡ ਨਹੀਂ ਕਰਦਾ ਕਿ ਜਿਹੜੇ ਲੋਕ ਚਾਈਨਾ ਤੋਂ ਆ ਰਹੇ ਨੇ ਅਸੀਂ ਉਹਨਾਂ ਨੂੰ ਕੁਆਰੰਟੀਨ ਕਰੀਏ। ਫਿਰ January 19 ਨੂੰ WHO ਕਹਿੰਦਾ ਹੈ ਕਿ ਕੋਈ ਕਲੀਅਰ ਐਵੀਡੈਂਸ ਨਹੀਂ ਹੈ ਕਿ ਹਿਊਮਨ ਟੂ ਹਿਊਮਨ ਜਿਹੜਾ ਹੈ ਇਹ ਵਾਇਰਸ ਸਸਟੇਨ ਕਰ ਸਕਦਾ ਹੈ। ਤੇ 21 ਜਨਵਰੀ ਨੂੰ WHO ਕਹਿੰਦਾ ਮੇ ਬੀ ਸ਼ਾਇਦ ਹਿਊਮਨ ਟੂ ਹਿਊਮਨ ਜਿਹੜਾ ਹੈ ਉਹ ਟੱਚ ਹੋ ਸਕਦਾ ਹੈ, ਮੇ ਬੀ ਸ਼ਾਇਦ ਸਪਰੈਡ ਹੋ ਸਕਦਾ ਹੈ। ਤੇ January 23 ਦੀ ਜੇਕਰ ਅਸੀਂ ਗੱਲ ਕਰੀਏ ਤੇ WHO ਕਹਿੰਦਾ ਕੋਈ ਐਵੀਡੈਂਸ ਨਹੀਂ ਹੈ ਕਿ ਹਿਊਮਨ ਟੂ ਹਿਊਮਨ ਆਊਟਸਾਈਡ ਆਫ ਚਾਈਨਾ ਹੈਗਾ। ਤੇ ਉਸ ਤੋਂ ਬਾਅਦ 27 ਜਨਵਰੀ ਨੂੰ WHO ਕਹਿੰਦਾ ਹੈ ਕਿ ਅਸੀਂ ਅਲਾਰਮ ਰੇਸ ਕਰ ਦਿੱਤਾ ਹੈ, ਮੇ ਬੀ ਸ਼ਾਇਦ ਹੋ ਸਕਦਾ ਹੈ। ਤੇ January 28 ਨੂੰ WHO ਕਹਿੰਦਾ ਹੈ ਕਿ ਕੋਈ ਵੀ ਇਸ ਤਰੀਕੇ ਦਾ ਚਾਈਨਾ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਵੀ ਹੈਵ ਸਟਰੋਂਗ ਕੌਨਫੀਡੈਂਸ ਫॉर ਚਾਈਨਾਸ ਕੀਪਿੰਗ ਕੰਟਰੋਲ। ਤੇ ਉਹ ਚਾਈਨਾ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਹੁੰਦੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਤੁਹਾਡੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਚ ਰਹੇ ਨੇ ਤੇ ਤੁਹਾਡੀ ਜਿਹੜੀ ਮਾਡਲਿੰਗ ਹੈ ਉਹ ਬਹੁਤ ਵਧੀਆ ਹੈ। ਤੇ January 30 ਨੂੰ WHO ਕਹਿੰਦਾ ਹੈ ਕਿ ਕਾਫੀ ਸਾਰੇ ਜਿਹੜੇ ਹੁਣ ਡੈਥਸ ਨੇ ਅਸੀਂ ਕਿਉਂਕਿ ਚਾਈਨਾ ਦੇ ਵਿੱਚ ਹੀ ਦੇਖੇ, ਚਾਈਨਾ ਤੇ ਬਾਹਰ ਨਹੀਂ ਦੇਖੇ, ਇਸ ਲਈ ਚਾਈਨਾ ਡਿਜ਼ਰਵਸ ਆਰ ਗ੍ਰੈਟੀਟਿਊਡ ਐਂਡ ਰਿਸਪੈਕਟ।
ਔਰ ਟ੍ਰਾਂਸਪੇਰੈਂਸੀ ਇਨ ਪ੍ਰੋਟੈਕਟਿੰਗ ਦਾ ਵਰਲਡ। ਤੇ Feb 3 ਨੂੰ WHO ਕਹਿੰਦਾ ਹੈ ਕਿ देयर इज नो नीड टू रिस्ट्रिक्ट ट्रैवल इन ऑर्डर टू स्लो डाउन द स्प्रेड ऑफ वायरस। ਤੇ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਇਹ ਪੈਂਡੈਮਿਕ ਹੋਇਆ, ਉਸ ਤੋਂ ਬਾਅਦ ਇਹ ਪੈਂਡੈਮਿਕ ਡਿਕਲੇਅਰ ਕਰ ਦਿੱਤਾ ਗਿਆ ਮਾਰਚ 12 ਨੂੰ ਕਿ WHO ਕਹਿੰਦਾ ਦਿਸ ਇਜ਼ ਅ ਪੈਂਡੈਮਿਕ ਔਰ ਇਹ ਬਹੁਤ ਹੀ ਸੀਰੀਅਸ ਵਾਇਰਸ ਹੈ ਤੇ ਡੀਪਲੀ ਕੰਸਰਨਡ ਹੈ। ਜਦ ਤੁਹਾਨੂੰ ਵਾਇਰਸ ਬਾਰੇ ਪਤਾ ਸੀਗਾ ਕਿ ਇੱਕ ਵਾਇਰਸ ਸਪਰੈਡ ਹੋਇਆ ਹੈ ਔਰ ਉਹਦਾ ਕੋਈ ਵੈਕਸੀਨੇਸ਼ਨ ਸਾਡੇ ਕੋਲ ਹਲੇ ਨਹੀਂ ਹੈ, ਜਾਂ ਇੱਕ ਜਦ ਅਲਾਰਮ ਰੇਜ਼ ਹੋਇਆ ਸੀ ਉਸ ਟਾਈਮ ਕਿਉਂ ਨਹੀਂ WHO ਨੇ ਆਪਣਾ ਪ੍ਰੋਪਰ ਸਟੈਪ ਲਿਆ? ਸੋ ਇਹ ਇਸ ਦੇ ਬੇਸਿਸ ਤੇ ਜਿਸ ਤਰੀਕੇ ਦੇ ਨਾਲ WHO ਨੇ ਇਸ ਪੈਂਡੈਮਿਕ ਨੂੰ ਹੈਂਡਲ ਕੀਤਾ ਹੈ, ਡੈਫੀਨੇਟਲੀ ਇਸ ਚੀਜ਼ ਤੇ ਸਵਾਲ ਖੜੇ ਹੁੰਦੇ ਨੇ। ਔਰ ਅਕਾਊਂਟੇਬਿਲਿਟੀ ਦੀ ਵੀ ਜੇਕਰ ਅਸੀਂ ਗੱਲ ਕਰੀਏ ਤੇ ਇੰਨੇ ਬਿਲੀਅਨ ਡਾਲਰ ਸਪੈਂਡ ਹੁੰਦੇ ਨੇ ਟਰੈਵਲਸ ਤੇ ਜਾਂ ਫਿਰ ਡਿਫਰੈਂਟ ਸੋਰਸਸ ਤੇ। ਕੰਬਾਈਨਡ ਵੈਲਥ ਟੁਗੇਦਰ ਅਗਰ ਅਸੀਂ ਕਰ ਦਈਏ ਨਾ ਤੇ ਗਰਵਾ ਸਾਹਿਬ ਬਿਲੀਅਨ ਡਾਲਰਸ ਬਹੁਤ ਹੁੰਦੇ ਨੇ ਹੰਗਰੀ ਲੋਕਾਂ ਨੂੰ ਜਾਂ ਫਿਰ ਬਿਮਾਰੀਆਂ ਨੂੰ ਐਲੀਮੀਨੇਟ ਕਰਨ ਲਈ ਇਸ ਧਰਤੀ ਤੋਂ। ਬਟ ਇੱਥੇ ਕਰਪਸ਼ਨ ਆ ਜਾਂਦੀ ਹੈ ਹਰ ਲੈਵਲ ਤੇ। ਹੁਣ ਮੂਵਿੰਗ ਔਨ ਟੂ ਕੈਨੇਡਾ, ਜੇਕਰ ਅਸੀਂ ਉਸੇ ਟਾਈਮ ਅਗਰ ਪ੍ਰੋਪਰ ਟਰੈਵਲ ਰਿਸਟ੍ਰਿਕਸ਼ਨਸ ਕਰ ਦਿੰਦੇ ਤੇ ਅੱਜ ਕੈਨੇਡਾ ਦੀ ਵੀ ਸਥਿਤੀ ਸ਼ਾਇਦ ਡਿਫਰੈਂਟ ਹੋਣੀ ਸੀ। ਗੈਟਿੰਗ ਬੈਕ ਟੂ ਯਰ ਡੇਟਸ ਟਾਈਮਲਾਈਨ ਜੀ, ਔਰ ਜਨਵਰੀ 25 ਨੂੰ ਪਹਿਲਾ ਕੇਸ ਆ ਜਿਹੜਾ ਕੈਨੇਡਾ ਦੇ ਵਿੱਚ ਵੁਹਾਨ ਤੋਂ ਆਇਆ ਜੀ, ਔਰ ਜਨਵਰੀ 27 ਨੂੰ ਪਾਰਲੀਮੈਂਟ ਦੇ ਵਿੱਚ ਪਹਿਲਾ ਕੁਐਸਚਨ ਰੇਜ਼ ਕੀਤਾ ਗਿਆ ਕੰਜ਼ਰਵੇਟਿਵ ਦੇ ਹੈਲਥ ਕ੍ਰਿਟਿਕਸ ਵੱਲੋਂ ਕਿ ਇਹ ਜਿਹੜੀਆਂ ਵਾਇਰਸ ਆ ਰਿਹਾ ਤੁਸੀਂ ਇਹਦੇ ਲਈ ਕੀ ਕਰਦੇ ਹੋ। ਤੇ ਫਿਰ ਨਾਲ ਦੀ ਨਾਲ ਜਨਵਰੀ ਦੇ ਵਿੱਚ ਮਿਲਟਰੀ ਇੰਟੈਲੀਜੈਂਸ ਵੱਲੋਂ ਪਾਰਲੀਮੈਂਟ ਨੂੰ ਇੱਕ ਰਿਪੋਰਟ ਸੌਂਪੀ ਜਾਂਦੀ ਹੈ, ਡਿਫੈਂਸ ਮਿਨਿਸਟਰ ਨੂੰ ਇੱਕ ਰਿਪੋਰਟ ਸੌਂਪੀ ਜਾਂਦੀ ਹੈ ਕਿ ਇੱਕ ਮਹਾਮਾਰੀ ਦਾ ਵਾਇਰਸ ਆ ਜਿਹੜਾ ਆ ਰਿਹਾ ਇਹਦੇ ਤੇ ਆਪਾਂ ਨੂੰ ਰੈਡੀ ਹੋਣ ਦੀ ਜ਼ਰੂਰਤ ਹੈ। ਪਰ ਫਿਰ ਵੀ ਜੇ ਤੁਸੀਂ ਕੁਐਸਚਨ ਆਨਸਰ ਪੀਰੀਅਡ ਦੇਖੋ, ਔਰ ਮੈਂ ਛੋਟਾ ਜਿਹਾ ਕਲਿੱਪ ਇੱਕ ਵਾਰੀ ਫਿਰ ਦੱਸਾਂ, ਆਪਣੀ ਫੇਸਬੁੱਕ ਤੇ ਵੀ ਪਾਇਆ, ਡਿਪਟੀ ਪ੍ਰਾਈਮ ਮਿਨਿਸਟਰ ਤੇ ਪੀਅਰ ਪੋਲੀਵਰ ਦੀ ਆਪਸੀ ਜੋ ਕੁਐਸਚਨ ਹੁੰਦੇ ਨੇ, ਦੇयर इज नो ਆਨਸਰ ਫਰੋਮ ਦ ਲੇਬਰ ਗਵਰਨਮੈਂਟ ਕਿ ਇਸ ਤੋਂ ਬਾਅਦ ਕੀ ਉਸ ਦੀ ਜਿਹੜੀ ਮਿਲਟਰੀ ਦੀ 5 ਆਈ ਜਿਹੜੇ ਹੈਗੇ ਨੇ 5 ਮੁਲਕ ਨੇ ਇਕੱਠੇ ਹੋ ਕੇ ਆਪਣੀ ਇੰਟੈਲੀਜੈਂਸ ਗੈਦਰ ਕਰਦੇ ਆ। ਇਹ ਅਮਰੀਕਾ ਨੂੰ ਵੀ ਵਾਰਨਿੰਗ ਗਈ ਹੈ, ਇਹ ਕੈਨੇਡਾ ਨੂੰ ਵੀ ਆ, ਆਸਟ੍ਰੇਲੀਆ ਨੂੰ, ਪੂਰੇ 5 ਆਈ ਦੇ ਵਿੱਚ ਜਿਹੜੇ 5 ਮੁਲਕ ਨੇ, ਇੰਗਲੈਂਡ ਹੋ ਗਿਆ, ਜਰਮਨ ਹੋ ਗਿਆ, ਇਹਨਾਂ ਕੋਲੇ ਸਾਰਿਆਂ ਕੋਲੇ ਇਹ ਇਨਫੋਰਮੇਸ਼ਨ ਪਹੁੰਚੀ ਸੀ ਵੀ ਭਾਈ ਵਾਇਰਸ ਆ ਰਿਹਾ, ਮਹਾਮਾਰੀ ਆ ਰਹੀ ਹੈ, ਤੁਸੀਂ ਤਿਆਰ ਹੋਵੋ। ਪਰ ਤੁਸੀਂ WHO ਨੂੰ ਤਾਂ ਇੱਥੇ ਕਹਿ ਰਹੇ ਹੋ ਕਿ ਉਹਨਾਂ ਨੇ ਆਪਣਾ ਕੰਮ ਸਹੀ ਨਹੀਂ ਕੀਤਾਗਾ, ਜਦੋਂ ਮਿਲਟਰੀ ਦੀ ਇੰਟੈਲੀਜੈਂਸ ਤੁਹਾਨੂੰ ਪੂਰੀ ਰਿਪੋਰਟ ਦੇ ਰਹੀ ਹੈ ਕਿ ਭਾਈ ਵਾਇਰਸ ਆ ਰਿਹਾ, ਆਪਾਂ ਨੂੰ ਰੈਡੀ ਹੋਣਾ ਚਾਹੀਦਾ ਇਸ ਦੇ ਲਈ। ਜਦੋਂ ਕੁਐਸਚਨ ਰੇਜ਼ ਕੀਤਾ ਜਾਂਦਾ ਪਾਰਲੀਮੈਂਟ ਦੇ ਵਿੱਚ ਉਦੋਂ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਗਾ, ਇੰਟੈਲੀਜੈਂਸ ਦੇ ਉੱਤੇ ਕੰਮ ਕਰਨ ਦਾ ਤੁਹਾਡੇ ਕੋਲੇ ਜਵਾਬ ਨਹੀਂ ਹੈ। ਤੇ ਫਿਰ ਇਕੱਲਾ WHO ਹੀ ਨਹੀਂ ਇਹਦੇ ਲਈ ਰਿਸਪੌਂਸੀਬਲ, ਆਈ ਥਿੰਕ ਈਵਨ ਆਰ ਕੰਟਰੀਜ਼ ਆਰ ਰਿਸਪੌਂਸੀਬਲ ਫॉर ਦਿਸ ਟੂ। ਜੀ ਬਿਲਕੁਲ। ਤੁਹਾਡੀ ਜਿਹੜੀ ਕਲਿੱਪ ਕੱਲ ਪਾਈ ਸੀਗੀ ਮੈਂ ਵੀ ਉਹਨੂੰ ਵਿਊ ਕੀਤਾ ਐਂਡ ਕਾਫੀ ਟਾਈਮ ਪਹਿਲਾਂ ਵੀ ਇਸ ਜਿਹੜੀ ਸਟੋਰੀਜ਼ ਨੇ ਇਸ ਟਾਈਪ ਦੀ ਉਹਨੂੰ ਜ਼ਰੂਰ ਮੈਂ ਫੋਲੋ ਕੀਤਾ ਐਂਡ ਡੈਫੀਨੇਟਲੀ ਮੈਂ ਇੱਥੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਬੇਸਿਕ ਜਿਹੜਾ ਕੁਐਸਚਨ ਰੇਜ਼ ਹੋ ਗਿਆ ਸੀਗਾ ਉਹ ਇਹ ਕਿ ਹਿਊਮਨ ਰਾਈਟਸ ਤੇ ਗੱਲ ਆ ਜਾਂਦੀ ਹੈ। ਹਰ ਚੀਜ਼ ਅਸੀਂ ਹਿਊਮਨ ਰਾਈਟਸ ਦੇ ਨਾਲ ਤੋਲ ਦਿੰਦੇ ਆ ਕਿ ਅਗਰ ਅਸੀਂ ਰਿਸਟ੍ਰਿਕਟ ਕਰ ਦਿੰਦੇ ਆ ਟਰੈਵਲ ਫਰੋਮ ਚਾਈਨਾ ਜਾਂ ਫਿਰ ਉਹ ਹੌਟ ਸਪੌਟ ਕੰਟਰੀਜ਼ ਤੋਂ ਤੇ ਸ਼ਾਇਦ ਲੋਕਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਆ ਜਾਏਗਾ, ਸ਼ਾਇਦ ਲੋਕ ਜਿਹੜੇ ਨੇ ਇੱਕ ਸਰਟਨ ਕਮਿਊਨਿਟੀ ਨੂੰ ਇੱਕ ਗੰਦੇ ਤਰੀਕੇ ਦੇ ਨਾਲ ਦੇਖਣਗੇ। ਇਸ ਕਰਕੇ ਅਸੀਂ ਟਰੈਵਲ ਬੈਨ ਨਹੀਂ ਕਰਨਾ, ਇਸ ਕਰਕੇ ਅਸੀਂ ਆਪਣੇ ਜਿਹੜੇ ਪੋਰਟ ਆਫ ਐਂਟਰੀਜ਼ ਨੇ ਜੋ ਕਿ ਮੋਸਟ ਇੰਪੋਰਟੈਂਟ, ਮੈਂ ਲਾਸਟ ਟਾਈਮ ਵੀ ਕਿਹਾ ਸੀਗਾ, ਇੱਕ ਇੰਪੋਰਟੈਂਟ ਸਟੈਪ ਸੀਗਾ ਇਸ ਵਾਇਰਸ ਨੂੰ ਕਰਬ ਕਰਨ ਲਈ, ਅਸੀਂ ਉਸ ਚੀਜ਼ ਨੂੰ ਕੰਪਲੀਟਲੀ ਇਗਨੋਰ ਕਰਤਾ। ਹੁਣ ਇੱਥੇ ਅਸੀਂ ਇਹ ਕਹਿੰਦੇ ਆ ਕਿ ਨਹੀਂ ਜੀ ਟਰੈਵਲ ਦੀ ਕੋਈ ਲੋੜ ਨਹੀਂ ਹੈ, ਇਸ ਟਾਈਪ ਦੀ ਰਿਸਟ੍ਰਿਕਸ਼ਨ ਦੀ ਲੋੜ ਨਹੀਂ ਹੈ। ਅਗਰ ਤੁਸੀਂ ਉਸ ਟਾਈਮ ਰਿਸਟ੍ਰਿਕਸ਼ਨ ਪਾ ਦਿੰਦੇ ਉਨੋਸ ਕਿ ਤੁਸੀਂ ਉਹਨਾਂ ਲੋਕਾਂ ਦੀ ਵੀ ਜਾਨ ਬਚਾ ਦਿੰਦੇ ਜਿਹੜੇ ਚਾਈਨਾ ਤੋਂ ਆਏ ਨੇ, ਕਿਉਂਕਿ ਉਹਨਾਂ ਨੂੰ ਤੇ ਤੁਹਾਨੂੰ ਤਾਂ ਹੁਣ ਨਹੀਂ ਪਤਾ ਨਾ ਕਿ ਤੁਹਾਨੂੰ ਵਾਇਰਸ ਹੈ ਜਾਂ ਨਹੀਂ ਹੈ, ਤੇ ਜੇਕਰ ਤੁਸੀਂ ਉਸੇ ਟਾਈਮ ਚੈੱਕ ਕਰਕੇ ਤੇ ਸ਼ਾਇਦ ਉਹ ਲੋਕਾਂ ਦੀ ਵੀ ਜਾਨ ਬਚ ਜਾਂਦੀ। ਐਂਡ ਇੱਥੇ ਨਾ ਹਿਊਜ ਕੁਐਸਚਨ ਇੱਕ ਇਹ ਵੀ ਖੜਾ ਹੋ ਰਿਹਾ ਕਿ ਇੰਨੀ ਜਾਨ ਮਾਲ ਦਾ ਜਿਹੜਾ ਨੁਕਸਾਨ ਇਸ ਟਾਈਮ ਕੈਨੇਡਾ ਭੁਗਤ ਰਿਹਾ, ਮੈਂ ਤਾਂ ਵਰਲਡ ਦੀ ਗੱਲ ਕਰ ਹੀ ਨਹੀਂ ਰਹੀ, ਉਹਦਾ ਰਿਸਪੌਂਸਿਬਿਲਿਟੀ ਕਿਹਦੇ ਸਿਰ ਤੇ ਆਏਗੀ? ਟੈਕਸ ਪੇਅਰ ਦੇ ਸਿਰ ਤੇ ਆਏਗੀ ਜਾਂ ਫਿਰ ਸਰਕਾਰਾਂ ਦੇ ਸਿਰ ਤੇ ਜਿਨ੍ਹਾਂ ਨੇ ਕੋਈ ਐਕਸ਼ਨ ਔਨ ਟਾਈਮ ਨਹੀਂ ਲਿਆ। ਸੋ ਐਟ ਦ ਐਂਡ ਜਿੱਥੇ WHO ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਬਿਲੀਅਨਸ ਆਫ ਡਾਲਰ ਜਿਨ੍ਹਾਂ ਦਾ ਬਜਟ ਹੁੰਦਾ ਹੈ ਇਹ ਸਾਰੇ ਕਾਸੇ ਦੇ ਉੱਤੇ ਨਿਗਾਹ ਰੱਖਣ ਦੇ ਲਈ, ਉਹ ਤੁਹਾਡੇ ਮੁਤਾਬਕ ਫੇਲ ਹੋਏ ਨੇ, ਪਲੱਸ ਆਰ ਗਵਰਨਮੈਂਟਸ ਫੇਲਡ ਟੂ। ਜੀ ਬਿਲਕੁਲ, ਮੈਨੂੰ ਲੱਗਦਾ ਹੈ ਕਿ ਇਸ ਟਾਈਮ ਤੇ ਅਗਰ ਇੱਕ ਐਥਿਕ ਰਿਵਿਊ WHO ਤੇ ਹੋਣਾ ਚਾਹੀਦਾ ਹੈ ਤੇ ਸਿਮਿਲਰਲੀ ਇੱਕ ਰਿਵਿਊ ਸਾਡੀ ਫੈਡਰਲ ਸਰਕਾਰ ਤੇ ਵੀ ਹੋਣਾ ਚਾਹੀਦਾ ਹੈ ਕਿ ਕਿਉਂ ਵਾਰਨਿੰਗਸ ਜਿਹੜੀਆਂ ਨੇ ਉਹਨਾਂ ਨੂੰ ਇਗਨੋਰ ਕਰਤਾ। ਜੀ ਪ੍ਰਭਜੋਤ ਜੀ, ਥੈਂਕ ਯੂ ਸੋ ਮਚ, ਧੰਨਵਾਦ। Thank you so much for having me.
ਇੱਕ ਵਾਰ ਫਿਰ ਦੱਸ ਦਈਏ ਕਿ ਪ੍ਰਭਜੋਤ ਕੇਂਸ ਜਿਹੜੇ ਕਿ WHO ਤੋਂ ਸਰਟੀਫਾਈਡ ਨੇ ਡਿਜ਼ਾਸਟਰ ਮੈਨੇਜਮੈਂਟ ਤੇ ਇਹਨਾਂ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀ, ਬੜਾ ਕਲੋਜ਼ਲੀ ਫੋਲੋ ਕਰ ਰਹੇ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ, ਪਲੱਸ ਜਿਸ ਤਰ੍ਹਾਂ ਦੀ ਟਾਈਮ ਲਾਈਨਸ ਆ ਰਹੀ ਸੀਗੀ ਉਹ ਸਾਰੇ ਕਾਸੇ ਨੂੰ ਬੜਾ ਕਲੋਜ਼ਲੀ ਇਹਨਾਂ ਨੇ ਫੋਲੋ ਕੀਤਾ।